घर विच मैं अते मेरे सहुरा साहब ही रिहा करदे सी ਅਤੇ ਇੱਕ ਨੌਕਰਾਣੀ ਸੀ ਜੋ ਮੇਰੇ ਨਾਲ ਹੀ ਸੌਂਦੀ ਸੀ। ਜਦੋਂ ਮੈਂ ਸਵੇਰੇ ਉੱਠਦੀ ਤਾਂ ਮੇਰੇ ਪੇਟ ਉੱਪਰ ਕਾਲੀ ਸਿਆਹੀ ਦਾ ਨਿਸ਼ਾਨ ਹੁੰਦਾ। ਇੱਕ ਦਿਨ ਮੈਂ ਆਪਣੀ ਨੌਕਰਾਣੀ ਨੂੰ ਨੀਂਦ ਦੀ ਦਵਾਈ ਪਿਲਾ ਦਿੱਤੀ ਅਤੇ ਆਪਣੀ ਜਗ੍ਹਾ 'ਤੇ ਸੁਲਾ ਦਿੱਤਾ। ਕੁਝ ਹੀ ਦੇਰ ਵਿੱਚ ਮੇਰੇ ਸਹੁਰਾ ਸਾਹਿਬ ਆਏ ਅਤੇ ਮੈਨੂੰ ਸਮਝ ਕੇ ਨੌਕਰਾਣੀ ਦੇ ਨਾਲ ਪਿਛਲੇ 20 ਦਿਨਾਂ ਤੋਂ ਮੈਂ ਰੋਜ਼ ਮੇਰੇ ਪੇਟ ਉੱਪਰ ਕਾਲਾ ਨਿਸ਼ਾਨ ਨਜ਼ਰ ਆ ਰਿਹਾ ਸੀ। ਇਹ ਕੁਝ ਸਿਆਹੀ ਵਰਗਾ ਦਿਖਦਾ ਸੀ। ਮੈਂ ਇਸ ਨਿਸ਼ਾਨ ਤੋਂ ਬਹੁਤ ਪਰੇਸ਼ਾਨ ਹੋ ਗਈ ਸੀ। ਕੌਣ ਸੀ ਜੋ ਰਾਤ ਨੂੰ ਇਹ ਨਿਸ਼ਾਨ ਮੇਰੇ ਪੇਟ 'ਤੇ ਲਗਾਉਂਦਾ ਸੀ? ਮੈਂ ਜਦੋਂ ਵੀ ਨਹਾਉਂਦੀ ਤਾਂ ਨਿਸ਼ਾਨ ਹਲਕਾ ਹੋ ਜਾਂਦਾ, ਪਰ ਰਾਤ ਨੂੰ ਦੁਬਾਰਾ ਉਸੇ ਜਗ੍ਹਾ 'ਤੇ ਮੈਨੂੰ ਨਿਸ਼ਾਨ ਦਿਸਦਾ ਸੀ। ਪਹਿਲੀ ਵਾਰ ਜਦੋਂ ਮੈਂ ਇਹ ਨਿਸ਼ਾਨ ਦੇਖਿਆ ਤਾਂ ਲੱਗਿਆ ਸ਼ਾਇਦ ਕੁਝ ਲੱਗ ਗਿਆ ਹੋਵੇਗਾ, ਪਰ ਹੁਣ ਤਾਂ ਇਹ ਨਿਸ਼ਾਨ ਮੇਰੇ ਪੇਟ 'ਤੇ ਹਰ ਰੋਜ਼ ਨਜ਼ਰ ਆਉਣ ਲੱਗਿਆ। ਮੈਂ ਸ਼ੱਕ ਵੀ ਕਰਦੀ ਤਾਂ ਕਿਸ 'ਤੇ ਕਰਦੀ, ਕਿਉਂਕਿ ਘਰ ਵਿੱਚ ਮੇਰੇ ਇਲਾਵਾ 2 ਹੀ ਲੋਕ ਸੀ, ਇੱਕ ਮੇਰੇ ਸਹੁਰਾ ਜੀ ਤੇ ਦੂਜੀ ਕੰਮ ਵਾਲੀ ਲੜਕੀ ਜੋ ਕਿ ਮੇਰੀ ਹੀ ਉਮਰ ਦੀ ਸੀ। ਗੱਲ ਇਹ ਸੀ ਕਿ ਮੇਰੇ ਪਤੀ ਨੂੰ ਸਾਡੇ ਵਿਆਹ ਦੇ ਬਾਅਦ ਵਿਦੇਸ਼ ਵਾਪਸ ਜਾਣਾ ਸੀ, ਕਿਉਂਕਿ ਉਹ ਉੱਥੇ ਹੀ ਨੌਕਰੀ ਕਰਦੇ ਸੀ। ਮੇਰੇ ਸਹੁਰੇ ਘਰ ਵਿੱਚ ਮੇਰੇ ਸਹੁਰਾ ਜੀ ਹੀ ਸੀ। ਮੇਰੀ ਸੱਸ ਦੀ ਬਹੁਤ ਟਾਈਮ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਮੇਰੇ ਪਤੀ ਇਸ਼ਾਨ ਆਪਣੇ ਮਾਤਾ-ਪਿਤਾ ਦੇ ਇਕਲੌਤੇ ਬੇਟੇ ਸੀ, ਲੇਕਿਨ ਜੌਬ ਉਹ ਵਿਦੇਸ਼ ਵਿੱਚ ਕਰਦੇ ਸੀ। ਮੇਰੇ ਪਤੀ ਅਕਸਰ ਮੈਨੂੰ ਕਹਿੰਦੇ ਸੀ ਕਿ ਤੇਰਾ ਵੀਜ਼ਾ ਲਗਵਾ ਕੇ ਤੈਨੂੰ ਆਪਣੇ ਕੋਲ ਬੁਲਾ ਲਊਂਗਾ। ਮੈਂ ਆਪਣੇ ਪਤੀ ਦੇ ਜਾਣ 'ਤੇ ਬਹੁਤ ਉਦਾਸ ਸੀ। ਮਨ ਨਹੀਂ ਲੱਗਦਾ ਸੀ ਘਰ ਵਿੱਚ। ਉਹ ਤਾਂ ਚੰਗਾ ਸੀ ਕਿ ਘਰ ਵਿੱਚ ਨੌਕਰਾਣੀ ਸੀ ਜੋ ਦਿਨ ਰਾਤ ਰਹਿੰਦੀ ਸੀ, ਵਰਨਾ ਮੈਂ ਤੇ ਮੇਰੇ ਸਹੁਰਾ ਸਾਹਿਬ ਘਰ ਵਿੱਚ ਇਕੱਲੇ ਹੁੰਦੇ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨਾ ਕਰਨ, ਇਸ ਲਈ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਮੇਰੇ ਪਤੀ ਨੇ ਇੱਕ ਨੌਕਰਾਣੀ ਦਿਨ ਰਾਤ ਦੇ ਲਈ ਪੱਕੀ ਰੱਖ ਦਿੱਤੀ। ਪੂਰੇ ਘਰ ਦਾ ਕੰਮ ਉਹੀ ਕਰਦੀ ਸੀ ਅਤੇ ਰਾਤ ਨੂੰ ਮੇਰੇ ਨਾਲ ਸੌਂਦੀ। ਉਹ ਵੀ ਜਵਾਨ ਲੜਕੀ ਸੀ। ਪਹਿਲਾਂ ਤਾਂ ਮੇਰੇ ਸਹੁਰਾ ਸਾਹਿਬ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਹੀ ਗੁਜ਼ਾਰਦੇ ਸੀ, ਫਿਰ ਉਹ ਲੌਬੀ ਵਿੱਚ ਟੀਵੀ ਦੇਖਦੇ। ਮੇਰੇ ਸਹੁਰਾ ਸਾਹਿਬ ਥੋੜ੍ਹੇ ਅਲੱਗ ਤਰ੍ਹਾਂ ਦੇ ਇਨਸਾਨ ਸੀ। ਖਾਣਾ ਖਾਣ ਤੋਂ ਪਹਿਲਾਂ 15-15 ਮਿੰਟ ਤੱਕ ਹੱਥ ਹੀ ਧੋਂਦੇ ਰਹਿੰਦੇ। ਫਿਰ ਵੀ ਉਹਨਾਂ ਨੂੰ ਸ਼ੱਕ ਹੁੰਦਾ ਕਿ ਪਤਾ ਨਹੀਂ ਕਿਹੜਾ ਹੱਥ ਚੰਗੀ ਤਰ੍ਹਾਂ ਧੋਤਾ ਗਿਆ ਤੇ ਕਿਹੜਾ ਨਹੀਂ। ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਖਾਣਾ ਖਾਂਦੇ। ਹਮੇਸ਼ਾ ਟੀਵੀ ਦੇਖਦੇ ਰਹਿੰਦੇ। ਮੇਰੇ ਨਾਲ ਜ਼ਿਆਦਾ ਗੱਲ ਵੀ ਨਾ ਕਰਦੇ। ਬਸ ਜਦੋਂ ਕੰਮ ਹੁੰਦਾ ਤਾਂ ਬੁਲਾ ਲੈਂਦੇ, ਨਹੀਂ ਤਾਂ ਆਵਾਜ਼ ਨਾ ਦਿੰਦੇ। ਮੈਂ ਪੂਰਾ ਦਿਨ ਉਸ ਨੌਕਰਾਣੀ ਤੋਂ ਘਰ ਦੇ ਕੰਮ ਕਰਵਾਉਂਦੀ ਤੇ ਨਾਲ-ਨਾਲ ਗੱਲਾਂ ਵੀ ਕਰਦੀ ਰਹਿੰਦੀ। ਸ਼ੁਰੂ ਦੇ 2 ਮਹੀਨੇ ਇਸ ਤਰ੍ਹਾਂ ਹੀ ਲੰਘ ਗਏ। ਇਸ਼ਾਨ ਨਾਲ ਵੀ ਮੇਰੇ ਹਰ 2-3 ਦਿਨਾਂ ਬਾਅਦ ਹੀ ਗੱਲ ਹੁੰਦੀ, ਪਰ ਹਰ ਵਾਰ ਮੈਂ ਉਹਨਾਂ ਨੂੰ ਆਪਣੇ ਵੀਜ਼ੇ ਦੇ ਬਾਰੇ ਜ਼ਰੂਰ ਪੁੱਛਦੀ, ਪਰ ਉਹ ਇਹ ਕਹਿ ਦਿੰਦੇ ਕਿ ਕੋਸ਼ਿਸ਼ ਕਰ ਰਿਹਾ ਹਾਂ। ਜਦੋਂ ਕਦੇ ਵੀ ਮੈਂ ਨੌਕਰਾਣੀ ਨੂੰ ਆਪਣੇ ਸਹੁਰਾ ਸਾਹਿਬ ਦੇ ਕਮਰੇ ਵਿੱਚ ਸਫਾਈ ਕਰਨ ਨੂੰ ਕਹਿੰਦੀ ਤਾਂ ਉਹ ਨਾ ਕਹਿ ਦਿੰਦੀ ਅਤੇ ਕਹਿੰਦੀ, ਦੀਦੀ ਤੁਸੀਂ ਵੀ ਮੇਰੇ ਨਾਲ ਚੱਲੋ, ਮੈਨੂੰ ਇਕੱਲੀ ਨੂੰ ਬਹੁਤ ਡਰ ਲੱਗਦਾ ਹੈ। ਉਹ ਤਾਂ ਬਾਰ-ਬਾਰ ਮੇਰੇ ਤੋਂ ਚਾਦਰ ਬਦਲਵਾਉਂਦੇ ਰਹਿੰਦੇ ਹਨ ਅਤੇ ਕਹਿੰਦੇ ਹਨ ਇੱਥੇ ਝਾੜੂ ਲਗਾ ਦੇ, ਕਦੇ ਉੱਥੇ ਝਾੜੂ ਲਗਾ ਦੇ। ਉਸ ਦੀਆਂ ਗੱਲਾਂ ਸੁਣ ਕੇ ਮੈਂ ਹੱਸਣ ਲੱਗੀ ਤਾਂ ਕਹਿੰਦੀ, ਦੀਦੀ ਸੱਚੀ ਗੱਲ ਆ, ਮੈਨੂੰ ਉਹਨਾਂ ਤੋਂ ਬਹੁਤ ਡਰ ਲੱਗਦਾ। ਤੁਹਾਨੂੰ ਪਤਾ ਕੱਲ੍ਹ ਮੈਨੂੰ ਕਹਿਣ ਲੱਗੇ ਮੈਂ ਬਾਥਰੂਮ ਵਿੱਚ ਨਹਾਉਣ ਜਾ ਰਿਹਾ, ਜੇ ਤੂੰ ਚਾਹੇ ਤਾਂ ਦੁਪੱਟਾ ਉਤਾਰ ਕੇ ਕੰਮ ਕਰ ਲੈ। ਮੈਨੂੰ ਉਹਨਾਂ ਦੀ ਇਹ ਗੱਲ ਅਜੀਬ ਜਿਹੀ ਲੱਗੀ। ਮੈਂ ਇਹ ਕਹਿ ਕੇ ਟਾਲ ਦਿੱਤਾ ਕਿ ਤੈਨੂੰ ਉਹਨਾਂ ਨੇ ਬੇਟੀ ਸਮਝ ਕੇ ਤੇਰਾ ਖਿਆਲ ਰੱਖਿਆ ਹੋਵੇਗਾ। ਉਹ ਕਹਿਣ ਲੱਗੀ, ਰਹਿਣ ਦੇ ਦੀਦੀ, ਮੈਂ ਤਰ੍ਹਾਂ-ਤਰ੍ਹਾਂ ਦੇ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ ਹੈ, ਸਭ ਦੀਆਂ ਨਜ਼ਰਾਂ ਨੂੰ ਚੰਗੀ ਤਰ੍ਹਾਂ ਪਹਿਚਾਣਦੀ ਹਾਂ। ਇਹ ਕਹਿੰਦੇ ਹੋਏ ਉਹ ਕਿਚਨ ਵਿੱਚ ਚਲੀ ਗਈ ਤੇ ਮੈਂ ਵੀ ਆਪਣੇ ਕੰਮਾਂ ਵਿੱਚ ਲੱਗ ਗਈ। ਪਰ ਜੋ ਮੇਰੇ ਨਾਲ ਹੋ ਰਿਹਾ ਸੀ ਉਹ ਵੀ ਕੁਝ ਅਜੀਬੋ-ਗਰੀਬ ਸੀ। ਆਖਿਰ ਕੌਣ ਸੀ ਜੋ ਹਰ ਰੋਜ਼ ਮੇਰੇ ਪੇਟ ਉੱਪਰ ਕਾਲਾ ਟਿੱਕਾ ਲਾਉਂਦਾ ਸੀ ਅਤੇ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਸੀ। ਉਹ ਕੰਮ ਕਰਨ ਵਾਲੀ ਲੜਕੀ ਵੀ ਮੇਰੇ ਕਮਰੇ ਵਿੱਚ ਜ਼ਮੀਨ 'ਤੇ ਬਿਸਤਰ ਲਗਾ ਕੇ ਸੌਂਦੀ ਸੀ। ਮੈਂ ਹਰ ਰਾਤ ਦੇਰ ਤੱਕ ਜਾਗਦੀ ਰਹਿੰਦੀ। ਰਾਤ ਨੂੰ 2 ਵੱਜ ਗਏ ਤੇ ਮੈਂ ਉੱਠੀ ਇਹ ਦੇਖਣ ਲਈ ਕਿ ਕੌਣ ਹੈ ਜੋ ਮੇਰੇ ਨਾਲ ਇਸ ਤਰ੍ਹਾਂ ਕਰਦਾ ਹੈ। ਫਿਰ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਗਈ। ਪੂਰਾ ਦਿਨ ਘਰ ਦੇ ਕੰਮਾਂ ਦੀ ਵਜ੍ਹਾ ਨਾਲ ਇੰਨਾ ਥੱਕ ਜਾਂਦੀ, ਪੂਰੀ ਰਾਤ ਮੇਰੇ ਲਈ ਜਾਗਣਾ ਵੀ ਮੁਸ਼ਕਲ ਸੀ। ਇੱਕ ਦਿਨ ਤਾਂ ਮੇਰੇ ਹੋਸ਼ ਹੀ ਉੱਡ ਗਏ ਜਦੋਂ ਮੈਂ ਆਪਣੇ ਸਹੁਰਾ ਸਾਹਿਬ ਨੂੰ ਉਂਗਲੀ ਨਾਲ ਖਾਲੀ ਕਾਗਜ਼ 'ਤੇ ਕੁਝ ਲਾਈਨਾਂ ਖਿੱਚਦੇ ਹੋਏ ਦੇਖਿਆ। ਮੈਂ ਤਾਂ ਉਹਨਾਂ ਨੂੰ ਸ਼ਾਮ ਦੀ ਚਾਹ ਦੇਣ ਗਈ ਸੀ।
ਪਰ ਜੋ ਕੁਝ ਦੇਖ ਚੁੱਕੀ ਸੀ ਉਹ ਮੇਰੇ ਹੋਸ਼ ਉਡਾਉਣ ਦੇ ਲਈ ਕਾਫੀ ਸੀ। ਜਦੋਂ ਉਹਨਾਂ ਦੀ ਨਿਗਾਹ ਮੇਰੇ 'ਤੇ ਪਈ ਤਾਂ ਪਹਿਲਾਂ ਤਾਂ ਮੈਂ ਘਬਰਾ ਗਈ ਅਤੇ ਮੈਨੂੰ ਦੇਖਦੇ ਹੀ ਉਹ ਗੁੱਸੇ ਨਾਲ ਬੋਲੇ ਕਿ ਬਿਨਾਂ ਪੁੱਛੇ ਕਿਉਂ ਮੇਰੇ ਕਮਰੇ ਵਿੱਚ ਆ ਜਾਂਦੀ ਹੋ ਤੇ ਤੈਨੂੰ ਕਿਸੇ ਨੇ ਇਹ ਤਮੀਜ਼ ਨਹੀਂ ਸਿਖਾਈ ਦਰਵਾਜ਼ੇ 'ਤੇ ਪੁੱਛ ਕੇ ਇਜਾਜ਼ਤ ਲੈ ਕੇ ਆਈਦਾ ਹੈ। ਪਹਿਲੀ ਵਾਰ ਉਹਨਾਂ ਨੇ ਮੇਰੇ ਨਾਲ ਇਸ ਤਰੀਕੇ ਨਾਲ ਗੱਲ ਕੀਤੀ ਸੀ। ਮੇਰਾ ਤਾਂ ਰੰਗ ਉੱਡ ਗਿਆ ਤੇ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਹੁਣ ਤਾਂ ਮੇਰੇ ਦਿਲ ਦੀ ਧੜਕਣ ਦਾ ਇਹ ਹਾਲ ਸੀ ਕਿ ਜਿਵੇਂ ਸੀਨੇ ਵਿੱਚੋਂ ਨਿਕਲ ਕੇ ਬਾਹਰ ਆ ਜਾਵੇਗੀ। ਮੇਰੇ ਪੇਟ ਦਾ ਨਿਸ਼ਾਨ ਹੁਣ ਤਾਂ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ ਕਿ ਉਹ ਨਿਸ਼ਾਨ ਮੇਰੇ ਸਹੁਰਾ ਸਾਹਿਬ ਜੀ ਨੇ ਲਗਾਇਆ। ਦਿਲ ਇਹ ਮੰਨਣ ਨੂੰ ਤਿਆਰ ਨਹੀਂ ਸੀ ਉਹ ਤਾਂ ਮੇਰੇ ਪਾਪਾ ਦੀ ਤਰ੍ਹਾਂ ਹਨ। ਮੈਂ ਅਜਿਹਾ ਕਿਵੇਂ ਸੋਚ ਸਕਦੀ ਹਾਂ, ਪਰ ਹਕੀਕਤ ਸੀ ਕਿ ਮੇਰੇ ਪੇਟ ਉੱਤੇ ਜਿਸ ਤਰੀਕੇ ਨਾਲ ਸਿਆਹੀ ਦਾ ਨਿਸ਼ਾਨ ਹੁੰਦਾ ਸੀ ਮੇਰੇ ਸਹੁਰਾ ਸਾਹਿਬ ਉਹੀ ਰੰਗ ਦੀ ਸਿਆਹੀ ਨਾਲ ਖਾਲੀ ਕਾਗਜ਼ ਉੱਤੇ ਲਾਈਨਾਂ ਖਿੱਚ ਰਹੇ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚੋਂ ਨਿਕਲ ਕੇ ਕਿਚਨ ਵਿੱਚ ਗਈ ਤਾਂ ਮੇਰੇ ਸਹੁਰਾ ਜੀ ਨੌਕਰਾਣੀ ਦੇ ਬਿਲਕੁਲ ਪਿੱਛੇ ਖੜੇ ਸੀ। ਉਹ ਬਰਤਨ ਧੋ ਰਹੀ ਸੀ। ਉਹ ਉਸ ਦੇ ਬਹੁਤ ਕਰੀਬ ਸੀ। ਮੈਨੂੰ ਇਹ ਗੱਲ ਬਹੁਤ ਹੀ ਅਜੀਬ ਜਿਹੀ ਲੱਗੀ। ਇਸ ਦਾ ਮਤਲਬ ਕਿ ਨੌਕਰਾਣੀ ਉਸ ਦਿਨ ਸਹੀ ਕਹਿ ਰਹੀ ਸੀ। ਮੇਰੇ ਸਹੁਰਾ ਜੀ ਦੀ ਨਿਗਾਹ ਅਤੇ ਨੀਅਤ ਚੰਗੀ ਨਹੀਂ ਸੀ। ਮੈਂ ਕਿਚਨ ਵਿੱਚ ਚਲੀ ਗਈ ਤੇ ਆਪਣੇ ਸਹੁਰਾ ਸਾਹਿਬ ਨੂੰ ਕਿਹਾ, ਪਾਪਾ ਜੀ ਤੁਸੀਂ ਇੱਥੇ ਰਸੋਈ ਵਿੱਚ ਕੀ ਕਰ ਰਹੇ ਹੋ? ਕਿਉਂਕਿ ਅੱਜ ਤੋਂ ਪਹਿਲਾਂ ਮੈਂ ਉਹਨਾਂ ਨੂੰ ਕਦੇ ਕਿਚਨ ਵਿੱਚ ਨਹੀਂ ਦੇਖਿਆ ਸੀ। ਉਹ ਮੇਰੀ ਆਵਾਜ਼ ਸੁਣ ਕੇ ਹੜਬੜਾਏ ਅਤੇ ਮੈਨੂੰ ਕਿਚਨ ਵਿੱਚ ਦੇਖ ਕੇ ਅਲੱਗ ਜਿਹਾ ਵਿਵਹਾਰ ਕਰਨ ਲੱਗੇ। ਇੰਨੇ ਵਿੱਚ ਮੇਰੀ ਆਵਾਜ਼ ਸੁਣ ਕੇ ਨੌਕਰਾਣੀ ਵੀ ਬਰਤਨ ਧੋਣਾ ਛੱਡ ਕੇ ਮੈਨੂੰ ਦੇਖਣ ਲੱਗੀ। ਉਹ ਵੀ ਮੇਰੇ ਸਹੁਰਾ ਸਾਹਿਬ ਦੀ ਉੱਥੇ ਹੋਣ ਤੋਂ ਬੇਖਬਰ ਸੀ। ਉਹ ਅਜੀਬ ਨਜ਼ਰਾਂ ਨਾਲ ਸਾਨੂੰ ਦੋਹਾਂ ਨੂੰ ਦੇਖ ਰਹੇ ਸੀ। ਮੈਂ ਰਾਣੀ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਹੁਰਾ ਜੀ ਨੂੰ ਕਿਚਨ ਵਿੱਚੋਂ ਜਾਣ ਦੀ ਵਜ੍ਹਾ ਪੁੱਛਣ ਲੱਗੀ ਤਾਂ ਉਹ ਕਹਿਣ ਲੱਗੇ, ਮੈਂ ਇਸ ਨੌਕਰਾਣੀ ਦੀ ਛੁੱਟੀ ਕਰ ਦੇਣੀ ਆ। ਇਹ ਝਾੜੂ ਲਾ ਕੇ ਬਿਨਾਂ ਹੱਥ ਧੋਏ ਬਰਤਨ ਧੋ ਰਹੀ ਸੀ। ਇਸ ਦੇ ਹੱਥ ਗੰਦੇ ਸੀ। ਨੌਕਰਾਣੀ ਪਰੇਸ਼ਾਨ ਜਿਹੀ ਹੋ ਗਈ ਤੇ ਬੋਲੀ, ਸਾਹਿਬ ਕਿਉਂ ਝੂਠ ਬੋਲ ਰਹੇ ਹੋ? ਮੈਂ ਸਭ ਤੋਂ ਪਹਿਲਾਂ ਹੱਥ ਧੋਤੇ ਹਨ ਤੇ ਉਸ ਤੋਂ ਬਾਅਦ ਹੀ ਬਰਤਨ ਧੋਣ ਲੱਗੀ ਹਾਂ। ਮੇਰੇ ਸਹੁਰਾ ਸਾਹਿਬ ਤਾਂ ਉਸ ਨੌਕਰਾਣੀ ਨਾਲ ਬਹਿਸ 'ਤੇ ਉਤਰ ਆਏ। ਕਹਿਣ ਲੱਗੇ, ਤੂੰ ਝੂਠ ਬੋਲ ਰਹੀ ਆ। ਮੇਰੇ ਬੇਟੇ ਦੇ ਪੈਸੇ ਕੋਈ ਹਰਾਮ ਦੇ ਨਹੀਂ। ਤੈਨੂੰ ਤਨਖਾਹ ਵੀ ਦੇਵਾਂ ਤੇ ਤੂੰ ਝਾੜੂ ਵਾਲੇ ਹੱਥਾਂ ਨਾਲ ਬਰਤਨ ਧੋਂਦੀ ਰਹੇ। ਇਹ ਤਾਂ ਮੈਂ ਦੇਖ ਲਿਆ, ਪਰ ਪਤਾ ਨਹੀਂ ਗੰਦੇ ਬਰਤਨਾਂ ਵਿੱਚ ਕਦੋਂ ਤੋਂ ਤੂੰ ਸਾਨੂੰ ਖਾਣਾ ਦੇ ਰਹੀ ਆ। ਮੈਂ ਆਪਣੇ ਸਹੁਰਾ ਸਾਹਿਬ ਨੂੰ ਬਹੁਤ ਕਿਹਾ ਕਿ ਤੁਸੀਂ ਇੱਥੇ ਚਲੇ ਜਾਓ, ਮੈਂ ਖੁਦ ਨੌਕਰਾਣੀ ਨਾਲ ਗੱਲ ਕਰ ਲਵਾਂਗੀ, ਪਰ ਉਹ ਤਾਂ ਮੇਰੇ 'ਤੇ ਵੀ ਗੁੱਸਾ ਕਰਨ ਲੱਗੇ। ਕਹਿਣ ਲੱਗੇ, ਤੇਰੀ ਹੀ ਨਰਮੀ ਦਾ ਨਤੀਜਾ ਹੈ, ਨਹੀਂ ਤਾਂ ਮੈਂ ਇਸ ਲੜਕੀ ਨੂੰ 2 ਦਿਨਾਂ ਵਿੱਚ ਸਿੱਧਾ ਕਰ ਦੇਵਾਂ। ਮੇਰਾ ਬੇਟਾ ਵਿਦੇਸ਼ ਵਿੱਚ ਨਾ ਜਾਣੇ ਕਿਵੇਂ ਗੁਜ਼ਾਰਾ ਕਰਕੇ ਘਰੇ ਪੈਸੇ ਭੇਜਦਾ ਹੈ ਅਤੇ ਇਹ ਲੜਕੀ ਮੈਨੂੰ ਗੰਦੇ ਬਰਤਨਾਂ ਵਿੱਚ ਖਾਣਾ ਦਿੰਦੀ ਹੈ। ਅੱਜ ਤੋਂ ਤੂੰ ਹੀ ਮੈਨੂੰ ਬਰਤਨ ਧੋ ਕੇ ਖਾਣਾ ਦੇਵੇਂਗੀ। ਉਸ 'ਤੇ ਗੁੱਸਾ ਕਰਦੇ ਹੋਏ ਅੱਗੇ ਨਿਕਲ ਗਏ। ਲੜਕੀ ਤਾਂ ਰੋਣ ਲੱਗੀ ਤੇ ਕਹਿਣ ਲੱਗੀ, ਮੈਂ ਇੱਥੇ ਕੰਮ ਹੀ ਨਹੀਂ ਕਰਨਾ। ਪੈਸੇ ਲੈਂਦੇ ਹਾਂ ਤਾਂ ਆਪਣੀ ਮਿਹਨਤ ਦੇ ਲੈਂਦੇ ਹਾਂ। ਮੈਂ ਆਪਣੀ ਇੱਜ਼ਤ ਨਹੀਂ ਵੇਚ ਕੇ ਰੱਖੀ। ਜੋ ਸਾਹਿਬ ਮੈਨੂੰ ਇੰਨੀਆਂ ਗੱਲਾਂ ਸੁਣਾ ਰਹੇ ਹਨ। ਉਹ ਵੀ ਗੁੱਸੇ ਵਿੱਚ ਨੌਕਰੀ ਛੱਡਣ ਨੂੰ ਤਿਆਰ ਬੈਠੀ ਸੀ। ਮੈਂ ਉਸ ਨੂੰ ਆਪਣੇ ਗਲੇ ਨਾਲ ਲਾ ਕੇ ਚੁੱਪ ਕਰਾਇਆ ਕਿਉਂਕਿ ਮੈਂ ਆਪਣੇ ਸਹੁਰਾ ਸਾਹਿਬ ਨਾਲ ਇਕੱਲੀ ਨਹੀਂ ਰਹਿਣਾ ਚਾਹੁੰਦੀ ਸੀ। ਮੈਨੂੰ ਇਹ ਹੌਸਲਾ ਸੀ ਕਿ ਇੱਕ ਔਰਤ ਮੇਰੇ ਨਾਲ ਹੈ। ਮੈਂ ਤਾਂ ਇੱਕ ਪਰੇਸ਼ਾਨੀ ਵਿੱਚੋਂ ਨਿਕਲ ਨਹੀਂ ਪਾ ਰਹੀ ਸੀ। ਇਹ ਕਾਲਾ ਨਿਸ਼ਾਨ ਮੇਰੇ ਪੇਟ ਉੱਤੇ ਆਉਂਦਾ ਕਿਵੇਂ ਹੈ ਤੇ ਇੱਕ ਨੌਕਰਾਣੀ ਦੇ ਹੁੰਦੇ ਹੋਏ ਕਿਵੇਂ ਮੇਰੇ ਸਹੁਰਾ ਸਾਹਿਬ ਮੇਰੇ ਕਮਰੇ ਵਿੱਚ ਆ ਸਕਦੇ ਹਨ। ਮੈਂ ਨੌਕਰਾਣੀ ਨੂੰ ਕਿਹਾ ਕਿ ਤੂੰ ਬਰਤਨਾਂ ਨੂੰ ਹੱਥ ਵੀ ਨਾ ਲਾਵੀਂ, ਮੈਂ ਬਰਤਨਾਂ ਨੂੰ ਖੁਦ ਸਾਫ਼ ਕਰ ਦੇਵਾਂਗੀ, ਪਰ ਤੂੰ ਕੰਮ ਛੱਡ ਕੇ ਨਾ ਜਾਈਂ। ਮੈਂ ਬੜੀ ਮੁਸ਼ਕਲ ਨਾਲ ਨੌਕਰਾਣੀ ਨੂੰ ਰਾਜ਼ੀ ਕੀਤਾ। ਇੱਧਰ ਮੇਰੇ ਸਹੁਰਾ ਸਾਹਿਬ ਮੇਰੇ ਪਾਪਾ ਨਾਲ ਫੋਨ ਉੱਤੇ ਬਹਿਸ ਰਹੇ ਸੀ ਕਿ ਨੌਕਰਾਣੀ ਨੂੰ ਘਰੋਂ ਕੱਢ ਦੇਵੋ, ਪਰ ਮੈਂ ਸੋਚ ਚੁੱਕੀ ਸੀ ਕਿ ਮੈਂ ਇਨਸਾਨ ਨੂੰ ਸਾਫ਼ ਕਹਿ ਦੇਵਾਂਗੀ ਕਿ ਨੌਕਰਾਣੀ ਨੂੰ ਮੈਂ ਕਦੇ ਨਹੀਂ ਘਰੋਂ ਜਾਣ ਦੇਵਾਂਗੀ। ਹੁਣ ਤਾਂ ਮੈਂ ਘਰੇ ਇਕੱਲੀ ਰਹਿਣ ਦੇ ਕਦੇ ਵੀ ਹੱਕ ਵਿੱਚ ਨਹੀਂ ਸੀ। ਮੈਂ ਇਸ਼ਾਨ ਨੂੰ ਕਹਿ ਦਿੱਤਾ ਕਿ ਜੇ ਨੌਕਰਾਣੀ ਚਲੀ ਗਈ ਤਾਂ ਮੈਂ ਆਪਣੇ ਪੇਕੇ ਚਲੀ ਜਾਵਾਂਗੀ। ਮੇਰੇ ਪਤੀ ਨੇ ਮੇਰੇ ਸਹੁਰਾ ਸਾਹਿਬ ਨੂੰ ਪਤਾ ਨਹੀਂ ਕਿਵੇਂ ਸਮਝਾਇਆ ਸੀ ਕਿ ਹੁਣ ਉਹ ਸ਼ਾਂਤ ਸੀ। ਮੈਂ ਬਰਤਨ ਆਪੇ ਧੋ ਦਿੰਦੀ ਤੇ ਪਾਪਾ ਜੀ ਨੂੰ ਖਾਣਾ ਵੀ ਖੁਦ ਉਹਨਾਂ ਦੇ ਟੇਬਲ 'ਤੇ ਰੱਖ ਆਉਂਦੀ। ਇੱਕ ਦਿਨ ਮੈਂ ਪਾਪਾ ਜੀ ਨੂੰ ਖਾਣਾ ਰੱਖ ਕੇ ਜਾ ਰਹੀ ਸੀ
ਤਾਂ ਉਹ ਕਹਿਣ ਲੱਗੇ, ਅੱਜ ਤੋਂ ਬਾਅਦ ਇਹ ਨੌਕਰਾਣੀ ਮੈਨੂੰ ਮੇਰੇ ਕਮਰੇ ਵਿੱਚ ਨਹੀਂ ਦਿਸਣੀ ਚਾਹੀਦੀ। ਅੱਜ ਤੋਂ ਬਾਅਦ ਮੇਰੇ ਕਮਰੇ ਦੀ ਸਫਾਈ ਦਾ ਖਿਆਲ ਵੀ ਤੂੰ ਰੱਖੇਂਗੀ। ਇਹ ਸੁਣ ਕੇ ਮੈਂ ਸਿਰ ਹਿਲਾ ਦਿੱਤਾ। ਮੈਂ ਸੋਚਿਆ ਕਿ ਹਾਲੇ ਪਾਪਾ ਗੁੱਸੇ ਵਿੱਚ ਹਨ, 2-3 ਦਿਨ ਕੰਮ ਕਰ ਦੇਵਾਂਗੀ, ਫਿਰ ਖੁਦ ਹੀ ਠੀਕ ਹੋ ਜਾਣਗੇ। ਪਰ ਮੈਨੂੰ ਕੀ ਪਤਾ ਸੀ ਕਿ ਉਹਨਾਂ ਦਾ ਮੈਨੂੰ ਕਮਰੇ ਵਿੱਚ ਬੁਲਾਉਣ ਦਾ ਮਕਸਦ ਕੀ ਸੀ। ਮੈਂ ਜਦੋਂ ਪਾਪਾ ਜੀ ਦੇ ਕਮਰੇ ਵਿੱਚ ਪੁੱਛ ਕੇ ਗਈ ਤਾਂ ਉਹਨਾਂ ਦੇ ਕਮਰੇ ਦੀ ਸਫਾਈ ਕਰ ਦੇਵਾਂ ਤਾਂ ਉਹ ਫਿਰ ਤੋਂ ਕਾਲੀ ਸਿਆਹੀ ਦੇ ਨਾਲ ਸਫੇਦ ਕਾਗਜ਼ ਉੱਤੇ ਲਕੀਰਾਂ ਖਿੱਚ ਰਹੇ ਸੀ। ਮੈਨੂੰ ਦੇਖ ਕੇ ਜਲਦੀ ਨਾਲ ਸਭ ਕੁਝ ਦਰਾਜ਼ ਵਿੱਚ ਰੱਖ ਦਿੱਤਾ ਤੇ ਸਿੱਧੇ ਹੋ ਕੇ ਬੈਠ ਗਏ। ਮੈਂ ਕਿਹਾ, ਪਾਪਾ ਜੀ ਮੈਂ ਤੁਹਾਡੇ ਕਮਰੇ ਦੀ ਸਫਾਈ ਕਰ ਦੇਵਾਂ? ਤਾਂ ਕਹਿਣ ਲੱਗੇ, ਹਾਂ ਕਰ ਦੇ। ਮੈਂ ਬੈੱਡ ਦੀ ਚਾਦਰ ਬਦਲੀ ਤੇ ਝਾੜੂ ਲਗਾਉਣ ਲੱਗੀ। ਉਹ ਵਾਰ-ਵਾਰ ਮੈਨੂੰ ਹੀ ਦੇਖ ਰਹੇ ਸੀ। ਇੱਕ ਵਾਰ ਵੀ ਉਹਨਾਂ ਨੇ ਮੇਰੇ ਉੱਪਰੋਂ ਨਜ਼ਰ ਨਾ ਹਟਾਈ। ਉਹ ਇਸ ਤਰ੍ਹਾਂ ਹੀ ਦੇਖਦੇ ਰਹਿੰਦੇ ਤਾਂ ਮੈਂ ਕਦੇ ਵੀ ਸਕੂਨ ਨਾਲ ਕੰਮ ਨਹੀਂ ਕਰ ਸਕਦੀ ਸੀ। ਮੇਰੇ ਹੱਥ ਵੀ ਘਬਰਾਹਟ ਦੇ ਮਾਰੇ ਕੰਬਣ ਲੱਗੇ। ਮੈਂ ਬਾਰ-ਬਾਰ ਦੁਪੱਟੇ ਨਾਲ ਆਪਣੇ ਚਿਹਰੇ 'ਤੇ ਆਉਣ ਵਾਲੇ ਪਸੀਨੇ ਨੂੰ ਪੂੰਝ ਰਹੀ ਸੀ, ਨਾਲ ਹੀ ਨਾਲ ਝਾੜੂ ਵੀ ਲਗਾ ਰਹੀ ਸੀ। ਪਾਪਾ ਜੀ ਕੁਰਸੀ ਤੋਂ ਉੱਠੇ ਅਤੇ ਮੇਰੇ ਸਾਹਮਣੇ ਆ ਕੇ ਖੜ ਗਏ। ਕਹਿਣ ਲੱਗੇ, ਤੂੰ ਆਪਣੇ ਦੁਪੱਟਾ ਲਾ ਕੇ ਝਾੜੂ ਲਗਾ ਲੈ। ਮੈਂ ਤਾਂ ਵੈਸੇ ਵੀ ਬਾਥਰੂਮ ਵਿੱਚ ਨਹਾਉਣ ਜਾ ਰਿਹਾ ਹਾਂ, ਕਮਰੇ ਵਿੱਚ ਕੋਈ ਨਹੀਂ ਹੈ। ਉਹਨਾਂ ਦਾ ਇਸ ਤਰ੍ਹਾਂ ਹੌਲੀ ਜਿਹੀ ਗੱਲ ਕਰਨਾ ਮੈਨੂੰ ਸਹੀ ਨਾ ਲੱਗਿਆ, ਕਿਉਂਕਿ ਉਹ ਤਾਂ ਹਮੇਸ਼ਾ ਤੇਜ਼ ਆਵਾਜ਼ ਵਿੱਚ ਗੱਲ ਕਰਦੇ ਸੀ। ਮੈਨੂੰ ਨੌਕਰਾਣੀ ਦੀ ਕਹੀ ਹੋਈ ਗੱਲ ਯਾਦ ਆ ਗਈ। ਉਹ ਇਹ ਕਹਿ ਕੇ ਬਾਥਰੂਮ ਵਿੱਚ ਚਲੇ ਗਏ ਤੇ ਮੈਨੂੰ ਆਪਣੇ ਸਹੁਰਾ ਸਾਹਿਬ ਦੇ ਕਰੈਕਟਰ 'ਤੇ ਸ਼ੱਕ ਹੋਣ ਲੱਗਿਆ। ਮੈਂ ਜਲਦੀ ਨਾਲ ਉਹਨਾਂ ਦੇ ਕਮਰੇ ਦੀ ਸਫਾਈ ਕੀਤੀ ਤੇ ਕਮਰੇ ਵਿੱਚੋਂ ਬਾਹਰ ਨਿਕਲ ਆਈ। ਮੇਰਾ ਪੂਰਾ ਦਿਨ ਪਰੇਸ਼ਾਨੀ ਵਿੱਚ ਲੰਘਿਆ। ਰਹੀ ਗੱਲ ਰਾਤ ਦੀ, ਤਾਂ ਜਦੋਂ ਮੈਂ ਨੌਕਰਾਣੀ ਦੇ ਨਾਲ ਆਪਣੇ ਕਮਰੇ ਵਿੱਚ ਆਈ ਤਾਂ ਉਹ ਆਪਣਾ ਬਿਸਤਰਾ ਵਿਛਾ ਕੇ ਜ਼ਮੀਨ 'ਤੇ ਬੈਠਣ ਲੱਗੀ। ਮੈਂ ਕਿਹਾ, ਰੀਨਾ ਇੱਧਰ ਆ, ਮੇਰੀ ਗੱਲ ਸੁਣ। ਮੈਨੂੰ ਲੱਗਿਆ ਕਿ ਮੈਨੂੰ ਸਾਰੀ ਗੱਲ ਨੌਕਰਾਣੀ ਨੂੰ ਦੱਸਣੀ ਚਾਹੀਦੀ ਹੈ। ਉਹ ਆਪਣਾ ਬਿਸਤਰਾ ਛੱਡ ਕੇ ਮੇਰੇ ਕੋਲ ਆ ਕੇ ਬੈਠ ਗਈ। ਮੈਂ ਉਸ ਨੂੰ ਕਿਹਾ ਕਿ ਤੂੰ ਜੋ ਕੁਝ ਵੀ ਮੇਰੇ ਸਹੁਰਾ ਸਾਹਿਬ ਬਾਰੇ ਕਹਿ ਰਹੀ ਸੀ, ਮੈਨੂੰ ਵੀ ਉਹ ਸੱਚ ਲੱਗਣ ਲੱਗੀ ਹੈ। ਫਿਰ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਰੋਜ਼ ਮੇਰੇ ਪੇਟ ਉੱਪਰ ਕਾਲੀ ਸਿਆਹੀ ਦਾ ਨਿਸ਼ਾਨ ਹੁੰਦਾ। ਉਹ ਮੇਰੀ ਗੱਲ ਸੁਣ ਕੇ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੀ ਅਤੇ ਕਹਿਣ ਲੱਗੀ, ਦੀਦੀ ਮੈਨੂੰ ਤਾਂ ਤੁਹਾਡਾ ਸਹੁਰਾ ਸਾਹਿਬ 'ਤੇ ਪਹਿਲਾਂ ਹੀ ਸ਼ੱਕ ਹੈ। ਤੁਸੀਂ ਇਹ ਨਹੀਂ ਮੰਨਦੇ ਸੀ। ਮੈਨੂੰ ਤਾਂ ਲੱਗਦਾ ਹੈ ਉਹ ਤੁਹਾਡੇ 'ਤੇ ਕੁਝ ਗਲਤ ਕਰਦੇ ਹਨ। ਸਾਡੇ ਪਿੰਡ ਵਿੱਚ ਵੀ ਸਹੁਰੇ ਨੇ ਗਲਤ ਕਰਕੇ ਆਪਣੀ ਬਹੂ ਨਾਲ ਵਿਆਹ ਕਰ ਲਿਆ ਸੀ। ਉਸ ਦਾ ਪਤੀ ਵੀ ਬਾਹਰ ਰਹਿੰਦਾ ਸੀ। ਨੌਕਰਾਣੀ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ। ਪਹਿਲਾਂ ਤਾਂ ਸਾਹਿਬ ਮੈਨੂੰ ਦੇਖਦੇ ਰਹਿੰਦੇ ਸੀ, ਪਰ ਹੁਣ ਜਦੋਂ ਵੀ ਮੇਰੀ ਨਿਗਾਹ ਉਹਨਾਂ 'ਤੇ ਪੈਂਦੀ ਹੈ ਤਾਂ ਉਹ ਤੁਹਾਨੂੰ ਦੇਖਦੇ ਰਹਿੰਦੇ ਹਨ। ਮੈਨੂੰ ਵੀ ਘਰੋਂ ਕੱਢਣ ਦੇ ਚੱਕਰ ਵਿੱਚ ਹਨ। ਇਸ ਲਈ ਤਾਂ ਬਿਨਾਂ ਵਜ੍ਹਾ ਮੇਰੇ ਕੰਮਾਂ ਵਿੱਚ ਨੁਕਸ ਕੱਢਦੇ ਰਹਿੰਦੇ ਹਨ। ਮੇਰਾ ਦਿਲ ਇਹ ਸਭ ਸੁਣ ਕੇ ਘਬਰਾਉਣ ਲੱਗਿਆ। ਮੈਂ ਆਪਣਾ ਕਮਰਾ ਲੌਕ ਕਰਕੇ ਸੌਣ ਲੱਗੀ। ਹੁਣ ਮੇਰੇ ਪੇਟ ਉੱਪਰ ਨਿਸ਼ਾਨ ਵੀ ਨਹੀਂ ਹੁੰਦਾ ਸੀ। ਹੁਣ ਤਾਂ ਮੈਨੂੰ ਯਕੀਨ ਹੋਣ ਲੱਗਿਆ ਕਿ ਰਾਤ ਨੂੰ ਜ਼ਰੂਰ ਮੇਰੇ ਸਹੁਰਾ ਸਾਹਿਬ ਮੇਰੇ ਕਮਰੇ ਵਿੱਚ ਆਉਂਦੇ ਸੀ ਅਤੇ ਸ਼ਾਇਦ ਕੋਈ ਗਲਤ ਕੰਮ ਵੀ ਕਰਦੇ ਸੀ। ਹੁਣ ਜਦੋਂ ਦਾ ਮੈਂ ਕਮਰਾ ਬੰਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਸਹੁਰਾ ਸਾਹਿਬ ਮੈਨੂੰ ਘੂਰ ਕੇ ਵੇਖਣ ਲੱਗੇ, ਪਰ ਮੈਂ ਪਰਵਾਹ ਨਹੀਂ ਕੀਤੀ। ਕੁਝ ਦਿਨਾਂ ਬਾਅਦ ਹੀ ਮੇਰੇ ਸਹੁਰਾ ਸਾਹਿਬ ਮੇਰੇ 'ਤੇ ਚਿਲਾਉਣ ਲੱਗੇ। ਕਹਿੰਦੇ, ਤੂੰ ਆਪਣੇ ਕਮਰੇ ਦਾ ਦਰਵਾਜ਼ਾ ਕਿਉਂ ਲੌਕ ਕਰਦੀ ਹੋ? ਮੇਰਾ ਬੇਟਾ ਤੈਨੂੰ ਮੇਰੀ ਜ਼ਿੰਮੇਵਾਰੀ 'ਤੇ ਛੱਡ ਕੇ ਗਿਆ ਹੈ। ਮੈਨੂੰ ਉਸ ਨੌਕਰ 'ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਇਸ ਲਈ ਖੁਦ ਆ ਕੇ ਵਾਰ-ਵਾਰ ਤੇਰੇ ਕਮਰੇ ਵਿੱਚ ਦੇਖਦਾ ਹਾਂ, ਕਿਤੇ ਉਹ ਚੋਰੀ ਕਰਕੇ ਭੱਜ ਨਾ ਜਾਵੇ। ਮੈਨੂੰ ਮੇਰੇ ਸਹੁਰਾ ਸਾਹਿਬ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਸੀ। ਮੈਂ ਰਾਤ ਨੂੰ ਇਸ਼ਾਨ ਨੂੰ ਫੋਨ ਕਰਕੇ ਵੀਜ਼ਾ ਲਗਵਾਉਣ ਦੀ ਜਿੱਦ ਕਰਨ ਲੱਗੀ। ਮੈਂ ਉਸ ਨੂੰ ਕਿਹਾ ਕਿ ਮੇਰੇ ਵੀਜ਼ੇ ਦਾ ਜਲਦੀ ਤੋਂ ਜਲਦੀ ਬੰਦੋਬਸਤ ਕਰੋ, ਮੈਂ ਤੁਹਾਡੇ ਕੋਲ ਆਉਣਾ ਹੈ। ਮੇਰੀ ਗੱਲ ਸੁਣ ਕੇ ਇਸ਼ਾਨ ਨੇ ਜੋ ਕਿਹਾ ਉਹ ਸੁਣ ਕੇ ਮੈਂ ਰੋਣ ਲੱਗੀ। ਉਹਨਾਂ ਨੇ ਕਿਹਾ ਕਿ ਪਾਪਾ ਨੇ ਤੇਰਾ ਵੀਜ਼ਾ ਲਗਵਾਉਣ ਤੋਂ ਸਖਤੀ ਨਾਲ ਮਨਾ ਕਰ ਦਿੱਤਾ। ਕਹਿੰਦੇ ਹਨ ਕਿ ਬਹੂ ਨੂੰ ਬਾਹਰ ਨਹੀਂ ਭੇਜਾਂਗੇ। ਇਹ ਸੁਣ ਕੇ ਮੈਂ ਰੋਣ ਲੱਗੀ ਤੇ ਕਿਹਾ, ਇਸ਼ਾਨ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਤੁਸੀਂ ਵਾਪਸ ਆ ਜਾਓ ਜਾਂ ਮੈਨੂੰ ਆਪਣੇ ਕੋਲ ਬੁਲਾ ਲਓ। ਇਸ਼ਾਨ ਮੈਨੂੰ ਆਪਣੀਆਂ ਮਜਬੂਰੀਆਂ ਦੱਸਣ ਲੱਗਿਆ ਕਿ 1 ਸਾਲ ਬਾਅਦ ਪੈਸੇ ਮਿਲਣਗੇ, ਉਸ ਦੇ ਬਾਅਦ ਹੀ ਉਹ ਘਰ ਆ ਸਕੇਗਾ, ਨਹੀਂ ਤਾਂ ਨੁਕਸਾਨ ਹੋ ਜਾਵੇਗਾ। ਪਰ ਇੱਧਰ ਜਿਸ ਦੌਰ ਵਿੱਚੋਂ ਮੈਂ ਗੁਜ਼ਰ ਰਹੀ ਸੀ ਉਹ ਮੈਂ ਹੀ ਜਾਣਦੀ ਸੀ। ਹੁਣ ਤਾਂ ਉਹ ਆਪਣੇ ਹਰ ਕੰਮ ਲਈ ਮੈਨੂੰ
ਬੁਲਾਉਣ ਲੱਗੇ। ਜੇ ਦੁਪਹਿਰ ਨੂੰ ਮੈਂ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਜਾਂਦੀ ਤਾਂ ਹੰਗਾਮਾ ਮਚਾ ਦਿੰਦੇ। ਕਹਿੰਦੇ ਤੈਨੂੰ ਮੇਰੀ ਕੋਈ ਫਿਕਰ ਨਹੀਂ, ਮੈਨੂੰ ਖਾਣਾ ਦੇ ਕੇ ਸਮਝਦੀ ਹੋ ਕਿ ਜ਼ਿੰਮੇਵਾਰੀ ਪੂਰੀ ਹੋ ਗਈ। ਮੈਂ ਇਸ਼ਾਨ ਨੂੰ ਤੇਰੀ ਸ਼ਿਕਾਇਤ ਕਰ ਦੇਵਾਂਗਾ। ਮੈਂ ਉਹਨਾਂ ਦੀ ਰੋਜ਼-ਰੋਜ਼ ਦੀ ਬਹਿਸ ਤੋਂ ਤੰਗ ਆ ਚੁੱਕੀ ਸੀ। ਮੈਂ ਕਿਹਾ ਤੁਸੀਂ ਦੱਸੋ, ਮੈਂ ਤੁਹਾਡਾ ਹਰ ਕੰਮ ਕਰਦੀ ਹਾਂ, ਤੁਹਾਨੂੰ ਕਮਰਾ ਖੁਦ ਸਾਫ਼ ਕਰਦੀ ਹਾਂ, ਖਾਣਾ ਆਪਣੇ ਹੱਥਾਂ ਨਾਲ ਬਣਾ ਕੇ ਦਿੰਦੀ ਹਾਂ। ਇਸ ਤੋਂ ਇਲਾਵਾ ਹੋਰ ਕੀ ਜ਼ਿੰਮੇਵਾਰੀ ਹੈ ਜੋ ਰਹਿ ਗਈ? ਉਹ ਕਹਿਣ ਲੱਗੇ ਤੂੰ ਮੇਰੇ ਕੋਲ ਬੈਠ ਕੇ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ, ਮੈਨੂੰ ਸਮਾਂ ਨਹੀਂ ਦਿੰਦੀ। ਇਹ ਮੇਰੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ ਕਿ ਮੈਂ ਉਸ ਦੇ ਨਾਲ ਬੈਠ ਕੇ ਗੱਲਾਂ ਕਰਾਂ। ਭਲਾ ਮੈਂ ਕੀ ਗੱਲਾਂ ਕਰ ਸਕਦੀ ਸੀ? ਇਸ ਗੱਲ 'ਤੇ ਮੈਂ ਉਹਨਾਂ ਨਾਲ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਜੇ ਤੁਸੀਂ ਮੇਰੀ ਸ਼ਿਕਾਇਤ ਲਾਉਣੀ ਹੈ ਤਾਂ ਲਗਾ ਦੇਵੋ, ਪਰ ਮੈਂ ਤੁਹਾਡੇ ਨਾਲ ਬੈਠ ਕੇ ਗੱਲਾਂ ਨਹੀਂ ਕਰ ਸਕਦੀ। ਇੱਕ ਬਹੂ ਹੋਣ ਦੇ ਨਾਤੇ ਮੈਂ ਜੋ ਕਰ ਸਕਦੀ ਹਾਂ ਉਹ ਮੈਂ ਕਰ ਰਹੀ ਹਾਂ। ਇਸ ਤੋਂ ਜ਼ਿਆਦਾ ਉਮੀਦ ਮੇਰੇ ਨਾਂ ਤੋਂ ਨਾ ਰੱਖੋ ਤਾਂ ਸਹੀ ਹੋਵੇਗਾ। ਉਹ ਮੇਰੀ ਗੱਲ ਸੁਣ ਕੇ ਹੋਰ ਗੁੱਸੇ ਵਿੱਚ ਭਟਕ ਗਏ। ਮੈਂ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਚਲੀ ਗਈ। ਨੌਕਰਾਣੀ ਵੀ ਉੱਥੇ ਖੜੀ ਸਾਡੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ। ਕਹਿਣ ਲੱਗੀ ਦੀਦੀ ਤੁਸੀਂ ਬਿਲਕੁਲ ਠੀਕ ਕੀਤਾ। ਭਲਾ ਤੁਸੀਂ ਸਾਹਿਬ ਦੀ ਪਤਨੀ ਥੋੜ੍ਹੀ ਹੋ ਜੋ ਘੰਟੋਂ ਤੱਕ ਉਹਨਾਂ ਨਾਲ ਗੱਲਾਂ ਕਰਦੀ ਰਹਾਂਗੀ। ਮੈਨੂੰ ਵੀ ਨੌਕਰਾਣੀ ਦੀ ਗੱਲ ਸਹੀ ਲੱਗੀ। ਉਹ ਮੇਰਾ ਭਲਾ ਹੀ ਚਾਹੁੰਦੀ ਸੀ। ਮੈਨੂੰ ਲੱਗਿਆ ਕਿ ਚੰਗਾ ਹੋਇਆ ਉਹ ਮੇਰੇ ਨਾਲ ਨਾਰਾਜ਼ ਹੋ ਗਏ। ਘੱਟੋ ਘੱਟ ਉਹ ਹੁਣ ਮੈਨੂੰ ਪਰੇਸ਼ਾਨ ਤਾਂ ਨਹੀਂ ਕਰਨਗੇ। ਪਰ ਜੋ ਮੇਰੇ ਨਾਲ ਰਾਤ ਨੂੰ ਹੋਇਆ ਤਾਂ ਮੈਂ ਡਰ ਗਈ। ਸਵੇਰੇ ਪੇਟ 'ਤੇ ਕਾਲੇ ਰੰਗ ਦਾ ਨਿਸ਼ਾਨ ਫਿਰ ਤੋਂ ਲੱਗਿਆ ਹੋਇਆ ਸੀ। ਨੌਕਰਾਣੀ ਨੇ ਹਾਲੇ ਤੱਕ ਸੁੱਤੀ ਪਈ ਸੀ। ਮੈਂ ਉਸ ਨੂੰ ਦੱਸਣਾ ਚਾਹਿਆ। ਉਸ ਨੇ ਕਿਹਾ ਕਿ ਦੀਦੀ ਮੇਰਾ ਸਿਰ ਦੁਖ ਰਿਹਾ, ਮੈਨੂੰ ਸੌਣ ਦਿਓ। ਸਾਰੀ ਰਾਤ ਮੈਨੂੰ ਹੋਸ਼ ਨਹੀਂ ਰਿਹਾ ਮੈਂ ਕਿੱਥੇ ਸੁੱਤੀ ਹਾਂ। ਮੈਨੂੰ ਯਾਦ ਆਇਆ ਰਾਤ ਨੂੰ ਮੇਰੇ ਸਿਰ ਵਿੱਚ ਹਲਕਾ ਜਿਹਾ ਦਰਦ ਸੀ ਤੇ ਸਾਹਿਬ ਨੇ ਮੈਨੂੰ ਸਿਰ ਦਰਦ ਦੀ ਗੋਲੀ ਦਿੱਤੀ ਸੀ। ਕਹਿੰਦੇ ਸੀ ਇਹ ਖਾ ਕੇ ਤੂੰ ਠੀਕ ਹੋ ਜਾਵੇਂਗੀ। ਉਹ ਖਾ ਕੇ ਤਾਂ ਮੈਨੂੰ ਹੋਸ਼ ਹੀ ਨਹੀਂ ਰਿਹਾ, ਮੈਂ ਕਿੱਥੇ ਸੌਂ ਗਈ। ਇਹ ਸੁਣ ਕੇ ਮੈਂ ਚੁੱਪ ਹੋ ਗਈ ਤੇ ਸੋਚਿਆ ਕਿ ਹੁਣ ਮੈਂ ਇਸ ਦਾ ਪਤਾ ਲਗਾ ਕੇ ਹੀ ਰਹਾਂਗੀ ਮੇਰੇ ਨਾਲ ਇਹ ਸਭ ਕੁਝ ਕੀ ਹੋ ਰਿਹਾ। ਅਗਲੀ ਰਾਤ ਮੈਂ ਆਪਣੀ ਨੌਕਰਾਣੀ ਨੂੰ ਕਿਹਾ ਕਿ ਤੂੰ ਅੱਜ ਮੇਰੇ ਨਾਲ ਬੈੱਡ 'ਤੇ ਪੈ ਜਾ, ਮੈਨੂੰ ਡਰ ਲੱਗਦਾ ਹੈ। ਉਸ ਨੂੰ ਬੈੱਡ 'ਤੇ ਪਾ ਕੇ ਮੈਂ ਉਸ ਬੈੱਡ ਤੋਂ ਪਾਸੇ ਹੋ ਗਈ। ਰਾਤ ਦੇ ਕਰੀਬ 2 ਵਜੇ ਸੀ। ਮੇਰੇ ਸਹੁਰਾ ਸਾਹਿਬ ਦੇ ਚੀਕਣ ਦੀ ਆਵਾਜ਼ ਆਈ। ਮੈਂ ਦੇਖਿਆ ਤਾਂ 2 ਆਦਮੀ ਮੇਰੇ ਕਮਰੇ ਵਿੱਚ ਆ ਚੁੱਕੇ ਸੀ। ਉਹਨਾਂ ਨੇ ਮੇਰੇ ਸਹੁਰਾ ਸਾਹਿਬ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਤੇ ਮੈਨੂੰ ਬੰਨ੍ਹਣ ਲੱਗੇ। ਨੌਕਰਾਣੀ ਵੀ ਉੱਠ ਕੇ ਉਹਨਾਂ ਨਾਲ ਖੜੀ ਹੋ ਗਈ। ਮੇਰੀਆਂ ਅੱਖਾਂ ਵਿੱਚ ਬੇਵਸੀ ਦੇ ਹੰਝੂ ਨਿਕਲ ਰਹੇ ਸੀ। ਮੇਰੇ ਸਾਹਮਣੇ 2 ਮਰਦ ਖੜੇ ਸੀ ਤੇ ਮੇਰੀ ਅਲਮਾਰੀ ਵਿੱਚੋਂ ਸਾਰਾ ਸਮਾਨ ਕੱਢ ਰਹੇ ਸੀ। ਸਾਰਾ ਖੇਲ ਮੇਰੀ ਨੌਕਰਾਣੀ ਦਾ ਰਚਾਇਆ ਹੋਇਆ ਸੀ। ਨੌਕਰਾਣੀ ਕਹਿਣ ਲੱਗੀ ਕਿ ਇਹ ਤਾਂ ਮੈਂ ਕਦੋਂ ਦੀ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰ ਦਿੰਦੀ, ਬਸ ਮੈਂ ਤੇਰਾ ਭਰੋਸਾ ਜਿੱਤਣਾ ਚਾਹੁੰਦੀ ਸੀ। ਉਸ ਨੇ ਜਾਣ ਬੁੱਝ ਕੇ ਮੇਰੇ ਮਨ ਵਿੱਚ ਮੇਰੇ ਸਹੁਰਾ ਸਾਹਿਬ ਦੇ ਖਿਲਾਫ ਸ਼ੱਕ ਭਰ ਦਿੱਤਾ। ਮੇਰੇ ਪੇਟ ਉੱਪਰ ਵੀ ਨਿਸ਼ਾਨ ਉਹੀ ਲਗਾਉਂਦੀ ਸੀ ਤੇ ਮੇਰੇ ਸਹੁਰਾ ਸਾਹਿਬ ਦੇ ਕੋਲ ਜਾ ਕੇ ਮੇਰੇ ਖਿਲਾਫ ਗੱਲਾਂ ਕਰਦੀ ਸੀ ਕਿ ਤੁਹਾਡੀ ਬਹੂ ਚੰਗੀ ਨਹੀਂ ਹੈ, ਉਹ ਤੁਹਾਨੂੰ ਸਮਾਂ ਦੇਣ ਨੂੰ ਤਿਆਰ ਨਹੀਂ, ਇਸ ਲਈ ਤਾਂ ਉਹ ਤੁਹਾਡੇ ਨਾਲ ਗੱਲ ਨਹੀਂ ਕਰਦੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਸਹੁਰਾ ਸਾਹਿਬ ਵਹਿਮੀ ਕਿਸਮ ਦੇ ਆਦਮੀ ਹਨ। ਉਹ ਮੈਨੂੰ ਤੇ ਮੇਰੇ ਸਹੁਰਾ ਸਾਹਿਬ ਨੂੰ ਆਪਸ ਵਿੱਚ ਉਲਝਾਉਂਦੀ ਰਹਿੰਦੀ ਸੀ ਤਾਂ ਕਿ ਸਾਡੀ ਲੜਾਈ ਵਿੱਚ ਉਹ ਆਪਣਾ ਕੰਮ ਕੱਢ ਜਾਵੇ। ਝਾੜੂ ਵਾਲੇ ਹੱਥਾਂ ਨਾਲ ਬਰਤਨ ਧੋਂਦੀ ਤਾਂ ਕਿ ਉਸ ਨੂੰ ਕੋਈ ਕੰਮ ਨਾ ਕਰਨਾ ਪਵੇ। ਉਹ ਮੇਰੇ ਸਹੁਰਾ ਸਾਹਿਬ ਕਹਿੰਦੀ ਕਿ ਤੁਹਾਡੀ ਬਹੂ ਰਾਤ ਨੂੰ ਮੈਨੂੰ ਕਮਰੇ ਵਿੱਚ ਆਪਣੀ ਜਗ੍ਹਾ ਪਾ ਕੇ ਆਪ ਕਿਸੇ ਨੂੰ ਮਿਲਣ ਜਾਂਦੀ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ਕਮਰੇ ਵਿੱਚ ਆ ਕੇ ਦੇਖ ਲਵੋ। ਉਸ ਨੌਕਰਾਣੀ ਦੀਆਂ ਗੱਲਾਂ ਵਿੱਚ ਮੈਂ ਤੇ ਮੇਰੇ ਸਹੁਰਾ ਸਾਹਿਬ ਆ ਗਏ ਤੇ ਉਹ ਸਾਨੂੰ ਲੁੱਟ ਕੇ ਲੈ ਗਏ। ਜੇ ਮੈਂ ਉਸ ਨੌਕਰਾਣੀ ਦੀਆਂ ਗੱਲਾਂ ਵਿੱਚ ਨਾ ਆਉਂਦੀ ਤੇ ਆਪਣੇ ਪਾਪਾ 'ਤੇ ਸ਼ੱਕ ਨਾ ਕਰਦੀ ਤਾਂ ਅੱਜ ਸਾਡੇ ਨਾਲ ਇਹ ਸਭ ਨਹੀਂ ਹੋਣਾ ਸੀ। ਮੈਂ ਆਪਣੇ ਪਾਪਾ ਨੂੰ ਛੱਡ ਕੇ ਉਸ ਨੌਕਰਾਣੀ 'ਤੇ ਵਿਸ਼ਵਾਸ ਕੀਤਾ ਅਤੇ ਫਾਲਤੂ ਦੇ ਚੱਕਰਾਂ ਵਿੱਚ ਫਸ ਗਈ। ਇੱਧਰ ਮੇਰੇ ਪਾਪਾ ਨੇ ਵੀ ਮੈਨੂੰ ਛੱਡ ਕੇ ਉਸ ਨੌਕਰਾਣੀ ਦੀਆਂ ਗੱਲਾਂ ਵਿੱਚ ਆ ਗਏ। ਕਹਿੰਦੇ ਹਨ ਕਿ ਲੰਘਿਆ ਵੇਲਾ ਹੱਥ ਨਹੀਂ ਆਉਂਦਾ। ਹੁਣ ਉਹ ਸਾਡਾ ਸਾਰਾ ਕੁਝ ਲੁੱਟ ਕੇ ਲਿਜਾ ਚੁੱਕੀ ਸੀ। ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ। ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।